ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ, ਵਡਭਾਗੇ ਹੋ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਗੁਰੂ ਘਰ ਦੇ ਕੀਰਤਨੀਆਂ ਦੇ ਪਿਤਾਮਾ ਕਹਿ ਲਈਏ ਤੇ ਅਤ ਕਥਨੀ ਨਹੀਂ। ਮਹਾਨ ਸੇਵਕ ਜਿਨ੍ਹਾਂ ਆਪਣਾ ਸਾਰਾ ਜੀਵਨ ਜਗਤ ਗੁਰੂ ਬਾਬਾ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੰਗਤ ਕਰਦਿਆਂ ਕੀਰਤਨ ਕਰਦਿਆਂ ਬਤੀਤ ਕੀਤਾ। ਭਾਈ ਸਾਹਿਬ ਭਾਈ ਮਰਦਾਨਾ ਜੀ ਅੱਜ ਭਾਈ ਮਰਦਾਨਾ ਜੀ ਦਾ ਪਰਲੋਕ ਗਮਨ ਦਿਵਸ ਦਿਹਾੜਾ ਹੈ। ਅੱਜ ਦੇ ਦਿਨ ਜੋਤੀ ਜੋਤ ਰਲੀ ਸੰਪੂਰਨ ਥੀ ਅਵਸਥਾ ਨੂੰ, ਪੂਰਨਤਾ ਨੂੰ ਭਾਈ ਮਰਦਾਨਾ ਜੀ ਪ੍ਰਾਪਤ ਹੋਏ। ਉਸੇ ਨਗਰ ਵਿੱਚ ਜਿੱਥੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਉਸੇ ਨਗਰ ਵਿੱਚ ਭਾਈ ਮਰਦਾਨਾ ਜੀ ਦਾ ਜਨਮ ਹੋਇਆ। ਬਚਪਨ ਵਿੱਚ ਸਤਿਗੁਰਾਂ ਦੀ ਸੰਗਤ ਕਰਦੇ ਰਹੇ। ਉਮਰ ਕਰਕੇ ਗੁਰੂ ਨਾਨਕ ਸਾਹਿਬ ਤੋਂ ਭਾਈ ਮਰਦਾਨਾ ਜੀ ਵੱਡੇ ਸਨ। ਔਰ ਬੇਦੀਆਂ ਦੇ ਕੁੱਲ ਦੇ ਮਰਾਸ਼ੀ ਵੀ ਸੀ। ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਦੇ ਘਰ ਵਿੱਚ ਆ ਕੇ ਭਾਈ ਮਰਦਾਨਾ ਜੀ ਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ। ਔਰ ਇਹੋ ਜਿਹੇ ਮਹਾਨ ਕੀਰਤਨ ਦੀ ਦਾਤ ਬਖਸ਼ੀ ਕਿ ਦੁਨੀਆ ਦੇ ਪ੍ਰਸਿੱਧ ਗਵਈਏ ਤਾਨਸੈਨ ਵਰਗੇ ਵੀ ਭਾਈ ਮਰਦਾਨਾ ਜੀ ਦੇ ਪੋਤਾ ਚੇਲਾ ਸਨ। ਕੋਈ ਕਹੇ ਕਿ ਭਾਈ ਮਰਦਾਨੇ ਨੇ ਕਿਤੋਂ ਸੰਗੀਤ ਸਿੱਖਿਆ ਸੀ, ਕਿਤੋਂ ਸਾਜ਼ਾਂ ਦੀ ਵਿਦਿਆ ਲਈ ਸੀ। ਹੋ ਸਕਦਾ ਕੁਝ ਵਿਦਵਾਨ ਇੱਥੇ ਸਹਿਮਤ ਹੋਣ, ਪਰ ਮੇਰੀ ਇਹ ਭਾਵਨਾ ਹੈ ਕਿ ਭਾਈ ਮਰਦਾਨੇ ਨੂੰ ਜਿਤਨੀ ਵੀ ਵਿਦਿਆ ਸੰਗੀਤ ਦੀ ਮਿਲੀ ਹੈ, ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਮਿਲੀ। ਜਦੋਂ ਸਤਿਗੁਰਾਂ ਕਿਹਾ, ਮਰਦਾਨਿਆ ਤੂੰ ਨਾ ਮੰਗੀ, ਅਸੀਂ ਖੁਦ ਦਿਆਂਗੇ, ਉਸ ਵਕਤ ਅਮੋਲਕ ਦਾਤ ਕੀਰਤਨ ਦੀ ਬਖਸ਼ਿਸ਼ ਕੀਤੀ। ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ ਕਿ ਜਦੋਂ ਫਿਰੰਦੇ ਕੋਲੋਂ ਰਬਾਬ ਆਈ ਹੈ, ਭਾਈ ਮਰਦਾਨਾ ਜੀ ਰਬਾਬ ਲਿਆਏ ਨੇ। ਭਾਈ ਸਾਹਿਬ ਕਹਿੰਦੇ ਕਿਵੇਂ ਵਜਾਵਾਂ? ਮਹਾਰਾਜ ਜੀ ਕਹਿੰਦੇ ਤੰਦੀਆਂ ਤੇ ਹੱਥ ਰੱਖ, ਆਪਣੇ ਆਪ ਹੀ ਵੱਜੇਗੀ। ਔਰ ਜਿਸ ਵੇਲੇ ਪਹਿਲੀ ਵਾਰ ਰਬਾਬ ਭਾਈ ਮਰਦਾਨੇ ਨੇ ਵਜਾਈ ਸੀ, ਉਸ ਵੇਲੇ ਦਰਖਤਾਂ ਵਿੱਚੋਂ ਵੀ ਅੰਮ੍ਰਿਤ ਚੋਇਆ। ਸੁਲਤਾਨਪੁਰ ਸਾਹਿਬ
ਆਪਣੇ ਜੀਵਨ ਕਾਲ ਦੀਆਂ ਉਦਾਸੀਆਂ ਦੌਰਾਨ, ਯਾਤਰਾਵਾਂ ਦੌਰਾਨ ਭਾਈ ਮਰਦਾਨਾ ਜੀ ਨੂੰ ਸਤਿਗੁਰਾਂ ਨੇ ਆਪਣੇ ਨਾਲ ਰੱਖਿਆ। ਭਾਈ ਬਾਲਾ ਤੇ ਭਾਈ ਮਰਦਾਨਾ। ਇਹ ਗੱਲ ਵੱਖਰੀ ਹੈ ਕਿ ਭਾਈ ਗੁਰਦਾਸ ਜੀ ਨੇ ਮਰਦਾਨਾ ਜੀ ਦਾ ਜ਼ਿਕਰ ਕੀਤਾ, ਬਾਲਾ ਜੀ ਦਾ ਨਹੀਂ। ਪਰ ਇਹਦਾ ਮਤਲਬ ਇਹ ਨਹੀਂ ਕਿ ਭਾਈ ਬਾਲਾ ਜੀ ਨਾਲ ਨਹੀਂ ਸੀ, ਕਿਉਂਕਿ ਉਦਾਸੀਆਂ ਦੇ ਦੌਰਾਨ, ਅਖੀਰਲੀ ਉਦਾਸੀ ਦੌਰਾਨ ਤਾਂ ਵਿਦਵਾਨ ਜਨਮ ਸਾਖੀਆਂ ਦੇ ਵੀ ਕਹਿੰਦੇ ਹੈ ਕਿ ਬਾਲੇ ਮਰਦਾਨੇ ਤੋਂ ਇਲਾਵਾ ਸਤਿਗੁਰਾਂ ਦੇ ਨਾਲ ਭਾਈ ਭਗੀਰਥ ਜੀ ਵਰਗੇ ਮਹਾਂਪੁਰਸ਼ ਵੀ ਸੀ। ਫਿਰ ਭਾਈ ਗੁਰਦਾਸ ਜੀ ਨੇ ਤਾਂ ਉਹਨਾਂ ਦਾ ਵੀ ਜ਼ਿਕਰ ਨਹੀਂ ਕੀਤਾ। ਖੈਰ, ਤਪਿਆਣਾ ਸਾਹਿਬ ਅੱਜ ਵੀ ਭਾਈ ਸਾਹਿਬ ਭਾਈ ਬਾਲਾ ਜੀ ਦਾ ਅੰਗੀਠਾ ਬਣਿਆ, ਜਿੱਥੇ ਉਹਨਾਂ ਦਾ ਦਾਹ ਸੰਸਕਾਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੇ ਕੀਤਾ ਸੀ। ਭਾਈ ਮਰਦਾਨਾ ਜੀ ਇੱਕ ਐਸੀ ਆਤਮਿਕ ਖੇਡ ਦੇ ਵਿੱਚ ਟਿਕੇ ਹੋਏ ਨੇ। ਅਕਸਰ ਜਨਮ ਸਾਖੀਆਂ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਮਰਦਾਨੇ ਨੂੰ ਕਦੇ ਭੁੱਖ ਲੱਗਦੀ ਹੈ, ਕਦੇ ਤ੍ਰੇਹ ਲੱਗਦੀ ਹੈ। ਅਸਲ ਵਿੱਚ ਇਹ ਗੁਰੂ ਨਾਨਕ ਸਾਹਿਬ ਦੀ ਆਪਣੀ ਖੇਡ ਸੀ। ਜਦੋਂ ਸਮੇਰ ਤੇ ਜਾਣਾ ਸੀ ਗੁਰੂ ਪਾਤਸ਼ਾਹ ਨੇ ਤੇ ਭਾਈ ਮਰਦਾਨਾ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਬਾਰ-ਬਾਰ ਭੁੱਖ ਲੱਗਦੀ ਹੈ, ਸੁਮੇਰ ਤੇ ਲੈ ਚੱਲਿਓ। ਚਲੋ ਅੱਗੇ ਤਾਂ ਮੈਦਾਨੀ ਇਲਾਕਿਆਂ 'ਚ ਫਿਰਦੇ ਸੀ, ਕੋਈ ਨਾ ਕੋਈ ਪਿੰਡ ਨਗਰ ਆ ਜਾਂਦਾ ਸੀ। ਇੱਥੇ ਪਹਾੜਾਂ ਵਿੱਚ ਖਬਰੇ ਕੋਈ ਨਗਰ ਆਵੇ ਨਾ ਆਵੇ। ਜਾਂ ਤਾਂ ਮੈਨੂੰ ਵੀ ਆਪਣੇ ਵਰਗਾ ਕਰ ਲਓ, ਨਹੀਂ ਤਾਂ ਮੈਨੂੰ ਇੱਥੇ ਰਹਿਣ ਦਿਓ, ਤੁਸੀਂ ਇਕੱਲੇ ਜਾਓ। ਨਹੀਂ ਤਾਂ ਗੁਰੂ ਬਾਬਾ ਜੀ ਮੈਨੂੰ ਵੀ ਆਪਣੇ ਵਰਗਾ ਕਰ ਲਓ। ਜਨਮ ਸਾਖੀ ਵਿੱਚ ਲਿਖਿਆ ਹੈ ਕਿ ਉੱਥੇ ਇੱਕ ਨਦੀ ਵਗਦੀ ਹੈ। ਮਹਾਰਾਜ ਕਹਿੰਦੇ ਜਾ ਮਰਦਾਨਿਆ, ਇਹਦੇ ਵਿੱਚੋਂ ਜਾ ਕੇ ਜਲ ਛਕ ਲੈ, ਸਾਡੇ ਵਰਗਾ ਹੋ ਜਾਏਗਾ। ਅਸਲ ਵਿੱਚ ਉਹ ਜਿਹੜਾ ਜਲ ਸੀ ਉਹ ਨਾਮ ਰੂਪੀ ਐਸਾ ਜਲ ਸੀ ਜਿਸ ਨੂੰ ਪੀਂਦਿਆਂ ਭਾਈ ਮਰਦਾਨੇ ਦੀਆਂ ਸਾਰੀਆਂ ਭੁੱਖਾਂ ਤਰੇਹਾਂ ਬਿਨਸ ਗਈਆਂ। ਸੁਮੇਰ ਤੱਕ ਚਲੇ ਗਏ, ਕਈ ਮਹੀਨੇ ਬੀਤ ਗਏ, ਪਰ ਭਾਈ ਮਰਦਾਨੇ ਨੇ ਕਦੇ ਨਹੀਂ ਆਖਿਆ ਮੈਨੂੰ ਭੁੱਖ ਜਾਂ ਪਿਆਸ ਲੱਗੀ, ਕਿਉਂਕਿ ਕਿਹਾ ਸੀ ਵੀ ਜਾਂ ਗੁਰੂ ਬਾਬਾ ਜੀ ਆਪਣੇ ਵਰਗਾ ਕਰ ਲਓ, ਤੇ ਫਿਰ ਭਾਈ ਮਰਦਾਨੇ ਨੂੰ ਆਪਣੇ ਵਰਗਾ ਹੀ ਕਰ ਲਿਆ। ਜਦੋਂ ਕਿਤੇ ਵੇਖਿਆ ਕਿ ਸੁਮੇਰ ਪਰਬਤ ਤੇ ਸਿੱਧ ਆ ਕੇ ਗੁਰੂ ਨਾਨਕ ਸਾਹਿਬ ਨੂੰ ਪਰੇਸ਼ਾਨ ਕਰ ਰਹੇ ਨੇ, ਬਾਰ-ਬਾਰ ਚਰਚਾ ਕਰਦੇ ਨੇ, ਕਈ ਸਵਾਲ ਕਰਦੇ ਨੇ। ਇੱਕ ਜਾਂਦਾ ਦੂਜਾ ਆ ਜਾਂਦਾ, ਦੂਜਾ ਜਾਂਦਾ ਤੀਸਰਾ ਆ ਜਾਂਦਾ। ਉੱਥੇ ਆਪਣੇ ਗੁਰੂ ਬਾਬੇ ਦਾ ਪ੍ਰੇਮ ਭਾਈ ਮਰਦਾਨੇ ਦੇ ਹਿਰਦੇ 'ਚ ਉਛੜਿਆ। ਮਹਾਰਾਜ ਇਹ ਆ ਕੇ ਪਰੇਸ਼ਾਨ ਕਰ ਰਹੇ ਨੇ ਆਪ ਜੀ ਨੂੰ, ਆਗਿਆ ਹੋਵੇ ਤੇ ਇਹਨਾਂ ਵਿੱਚੋਂ ਇੱਕ ਅੱਧੇ ਸਿੱਧ ਨੂੰ ਪਕੜ ਕੇ ਪੁੱਠਾ ਟੰਗਦੇ ਆ, ਉਹਨੂੰ ਸਿੱਧਾ ਕੀਤਾ ਹੋਵੇਗਾ ਇੱਕ ਨੂੰ, ਬਾਕੀ ਆਪੇ ਨਹੀਂ ਆਉਣ ਲੱਗੇ। ਇਹ ਭਾਈ ਮਰਦਾਨੇ ਦੀ ਪ੍ਰੀਤ ਹੈ ਜਿਹੜੀ ਗੁਰੂ ਸਾਹਿਬ ਜੀ ਦੇ ਬਾਬਤ ਉਤਪੰਨ ਹੋਈ ਹੈ। ਆਪਣੇ ਗੁਰੂ ਦਾ ਅਦਬ। ਜੇ ਕਿਤੇ ਗੁਰੂ ਸਾਹਿਬ ਜੀ ਦੀ ਆਗਿਆ ਤੋਂ ਬਿਨਾਂ ਜਾਂਦੇ ਨੇ ਤਾਂ ਉਹਦੇ ਵਿੱਚ ਮੇਰੇ ਸਤਿਗੁਰਾਂ ਦੀ ਰਮਜ ਹੁੰਦੀ ਹੈ। ਕੌਡੇ ਦਾ ਉਧਾਰ ਕਰਨਾ ਸੀ, ਨੂਰ ਸ਼ਾਹ ਜਾਦੂਗਰਨੀ ਨੂੰ ਤਾਰਨਾ ਸੀ। ਇਸ ਕਰਕੇ ਭਾਈ ਮਰਦਾਨੇ ਨੂੰ ਕਦੇ ਭੁੱਖ ਲਾ ਦਿੰਦੇ, ਕਦੇ ਪਿਆਸ ਲਾ ਦਿੰਦੇ। ਪਰ ਭਾਈ ਸਾਹਿਬ ਜੀ ਤੁਰਿਆ ਪਦ ਦੀ ਉਸ ਅਵਸਥਾ ਵਿੱਚ ਟਿਕੇ ਹੋਏ ਨੇ
ਜਿੱਥੇ ਕੇਵਲ ਆਤਮਾ ਦਾ ਸਵਰੂਪ ਦਿਸਦਾ, ਆਤਮਦਰਸ਼ੀ। ਖੁਰਮ ਦਾ ਇਲਾਕਾ ਹੈ, ਜਿੱਥੇ ਅੱਜ ਦੇ ਦਿਨ ਭਾਈ ਸਾਹਿਬ ਨੇ ਸੱਚਖੰਡ ਜਾਣ ਦੀ ਤਿਆਰੀ ਕੀਤੀ। ਗੁਰਦੇਵ ਆਖਿਆ, ਮਰਦਾਨਾ ਜੀ ਤੁਹਾਡਾ ਸਮਾਂ ਅੰਤਮ ਆ ਗਿਆ, ਦੱਸੋ ਤੁਹਾਡੇ ਸਰੀਰ ਨੂੰ ਕਬਰ ਵਿੱਚ ਦਫਨ ਕਰ ਦਈਏ? ਮੁਸਲਮਾਨਾਂ ਵਿੱਚ ਇਹੀ ਰਵਾਇਤ ਹੈ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਬਾਬਾ ਇੱਕ ਕਬਰ ਵਿੱਚੋਂ ਕੱਢ ਕੇ ਦੂਸਰੀ ਕਬਰ ਕਿਉਂ ਪਾਵਨਾ? ਮੈਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ। ਮੁਸਲਮਾਨਾਂ ਦੇ ਘਰੇ ਜਨਮਿਆ, ਪਰ ਹਾਂ ਤੁਹਾਡਾ ਸਿੱਖ, ਮੇਰਾ ਦਾਹ ਸੰਸਕਾਰ ਕਰਿਓ। ਅੱਜ ਮੈਂ ਸਵੇਰੇ ਪੜ੍ਹ ਰਿਹਾ ਸੀ ਇੱਕ ਸੋਸ਼ਲ ਮੀਡੀਆ ਤੇ ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਦੀ ਪੋਸਟ ਵਾਇਰਲ ਹੋ ਰਹੀ ਹੈ। ਉਹਦੇ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਖਾ ਕੇ ਸਪੁਰਦ ਕੀਤਾ। ਖਾ ਕੇ ਸਪੁਰਦ ਦਾ ਮਤਲਬ ਹੁੰਦਾ ਦਫਨ ਕੀਤਾ, ਪਰ ਦਫਨ ਨਹੀਂ ਕੀਤਾ, ਉਹ ਗਲਤ ਲਿਖਿਆ ਹੋਇਆ। ਗੁਰਦੇਵ ਨੇ ਭਾਈ ਮਰਦਾਨਾ ਜੀ ਦਾ ਦਾਹ ਸੰਸਕਾਰ ਕੀਤਾ, ਔਰ ਬਕਾਇਦਾ ਇਹਦੇ ਪ੍ਰਮਾਣ ਜਨਮ ਸਾਖੀਆਂ ਵਿੱਚ ਨੇ। ਪਤਾ ਨਹੀਂ ਇਹ ਜਿਹੜੀਆਂ ਮੀਡੀਆ ਦੇ ਉੱਤੇ ਖਬਰਾਂ ਫੈਲਦੀਆਂ ਨੇ ਜਾਂ ਇਦਾਂ ਦੀਆਂ, ਉਹ ਕੌਣ ਬਣਾਉਂਦਾ ਹੈ। ਸਿੱਖ ਵੀ ਬਿਨਾਂ ਵੇਖਿਆ ਅੱਗੇ ਤੋਂ ਅੱਗੇ ਉਹਨੂੰ ਭੇਜਦੇ ਚਲੇ ਜਾਂਦੇ ਆ। ਮਹਾਰਾਜ ਜੀ ਨੇ ਆਖਿਆ, ਤੇਰਾ ਸਮਾਂ ਆ ਗਿਆ ਮਰਦਾਨਿਆ। ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ ਕਿਰਪਾ ਕਰਿਓ, ਮੈਨੂੰ ਆਪਣੇ ਨਿਜ ਘਰ ਤੱਕ ਪਹੁੰਚਦਾ ਕਰਿਓ, ਜਿਸ ਘਰ ਵਿੱਚ ਤੁਹਾਡਾ ਸदैवी ਵਸ ਹੈ, ਉੱਥੇ ਛੱਡਿਓ ਮਹਾਰਾਜ ਮੈਨੂੰ, ਉੱਥੇ ਮੈਨੂੰ ਨਿਵਾਸ ਬਖਸ਼ਿਓ। ਗੁਰਦੇਵ ਆਖਿਆ, ਮਰਦਾਨਿਆ ਸ਼ਾਇਦ ਤੈਨੂੰ ਭੁੱਲ ਗਿਆ ਹੋਵੇ, ਸਾਨੂੰ ਚੇਤੇ ਹੈ। ਸਾਡੀ ਉਮਰ ਕੋਈ 3 ਕੁ ਸਾਲ ਦੀ ਸੀ, ਤੂੰ ਹੋਵੇਂਗਾ 9-10 ਸਾਲ ਦੀ ਉਮਰ ਦਾ। ਨਨਕਾਣਾ ਸਾਹਿਬ ਤੂੰ ਸਾਡੇ ਘਰ ਮੇਰੀ ਮਾਤਾ ਕੋਲੋਂ ਕੁਝ ਆਟਾ ਮੰਗਣ ਲਈ ਪਹੁੰਚਿਆ ਸੀ। ਤੇ ਮਾਤਾ ਕੋਲੋਂ ਆਟਾ ਮੰਗਣ ਵੇਲੇ ਤੂੰ ਬੜਾ ਮਿੱਠਾ ਮਿੱਠਾ ਸੁਰੀਲਾ ਗਾਇਆ ਸੀ, ਔਰ ਉਹ ਲੈ ਕੇ ਕੁਝ ਆਟਾ ਤੇ ਕੁਝ ਹੋਰ ਵਸਤੂਆਂ ਘਰ ਚੋਂ ਤੂੰ ਜਾਣ ਲੱਗਾ ਤੇ ਗਾਉਂਦਾ ਗਾਉਂਦਾ ਜਾ ਰਿਹਾ ਸੀ। ਤੇਰੀ ਆਵਾਜ਼ ਸਾਨੂੰ ਇੰਨੀ ਮਿੱਠੀ ਲੱਗੀ ਵੀ ਅਸੀਂ ਵੀ ਤੇਰੇ ਪਿੱਛੇ ਪਿੱਛੇ ਟੁਰ ਪਏ। ਤੂੰ ਆਪਣੀ ਗਾਉਣ ਦੀ ਲੋਰ ਵਿੱਚ ਇੰਨਾ ਮਸਤ ਸੀ, ਤੈਨੂੰ ਨਹੀਂ ਪਤਾ ਕਿ ਪਿੱਛੇ ਨਾਨਕ ਆ ਰਿਹਾ। ਤੂੰ ਟੁਰਿਆ ਜਾ ਸਾਂ ਅੱਗੇ ਅੱਗੇ, ਅਸੀਂ ਤੇਰੇ ਪਿੱਛੇ ਪਿੱਛੇ ਸੀ। ਤੂੰ ਆਪਣੇ ਘਰ ਪਹੁੰਚਿਆ, ਗਲੀ ਤੋਂ ਤੇਰੇ ਘਰ ਦੀ ਚੌਂਕੀ ਉੱਚੀ ਸੀ, ਥੜਾ ਬਣਿਆ ਹੋਇਆ। ਤੂੰ ਵੱਡਾ ਸੀ, ਤੂੰ ਤਾਂ ਟੱਪ ਕੇ ਲੰਘ ਗਿਆ, ਪਰ ਮੈਂ 2.5-3 ਸਾਲਾਂ ਦਾ ਸੀ। ਮੈਂ ਯਤਨ ਕਰਦਾ ਰਿਹਾ ਕਿ ਉਹ ਥੜਾ ਚੜ੍ਹ ਕੇ ਉੱਪਰ ਨੂੰ ਅੰਦਰ ਜਾਵਾਂ, ਪਰ ਚੜ੍ਹਦਾ ਫਿਰ ਥੱਲੇ ਆ ਜਾਂਦਾ। ਇੰਨੇ ਨੂੰ ਤੇਰਾ ਬਾਪੂ, ਤੇਰਾ ਅੱਬਾ ਬਾਹਰ ਆਇਆ। ਉਹਨੇ ਮੈਨੂੰ ਵੇਖਿਆ ਤੇ ਤੈਨੂੰ ਆਵਾਜ਼ ਮਾਰੀ, ਮਰਦਾਨਿਆ ਤੂੰ ਬੇਦੀਆਂ ਦੇ ਪਟਵਾਰੀ ਦੇ ਮੁੰਡੇ ਨੂੰ ਨਾਲ ਲੈ ਆਇਆ। ਤੈਨੂੰ ਪਤਾ ਨਹੀਂ ਪਟਵਾਰੀ ਦਾ ਗੁੱਸਾ ਕਿੰਨਾ ਭਿਆਨਕ ਹੈ। ਸਾਡੇ ਵਰਗੇ ਗਰੀਬ ਜੇ ਮਰਾਸ਼ੀਆਂ ਦੇ ਘਰ ਬੇਦੀਆਂ ਦੀ ਕੁੱਲ ਦਾ ਚਿਰਾਗ ਆ ਜਾਏ, ਜੇ ਪਤਾ ਲੱਗਾ ਉਹ ਤਾਂ ਸਾਨੂੰ ਮਾਰ ਮੁਕਾਏਗਾ। ਤੂੰ ਆਖਿਆ ਸੀ, ਅੱਬਾ ਮੈਂ ਨਹੀਂ ਨਾਲ ਲਿਆਇਆ, ਮੈਨੂੰ ਨਹੀਂ ਪਤਾ ਕਿਵੇਂ ਇੱਥੇ ਪਹੁੰਚ ਗਿਆ। ਤੇ ਤੇਰੇ ਅੱਬਾ ਨੇ ਕਿਹਾ ਸੀ, ਜਾ ਇਹਨੂੰ ਹੁਣ ਘਰ ਛੱਡ ਕੇ ਆ। ਮਰਦਾਨਿਆ ਤੂੰ ਸਾਡੀ ਉਂਗਲ ਫੜੀ ਸੀ, ਉਂਗਲ ਫੜ ਕੇ ਆਖਿਆ, ਚੱਲ ਨਾਨਕ ਮੈਂ ਤੈਨੂੰ ਤੇਰੇ ਘਰ ਛੱਡ ਆਵਾਂ। ਲੈ ਟੁਰਿਆ ਸੋ
ਘਰ ਲਿਜਾ ਕੇ ਦਰਵਾਜ਼ੇ ਦੇ ਅੰਦਰ ਵਾੜਦਿਆਂ ਕਿਹਾ ਸੀ, ਨਾਨਕ ਲੈ ਆਪਣੇ ਘਰ ਪਹੁੰਚ ਗਿਆ, ਤੂੰ ਹੁਣ ਮੇਰੇ ਪਿੱਛੇ ਨਾ ਆਈ। ਮਰਦਾਨਿਆ, ਉਹ ਤੇਰਾ ਅਹਿਸਾਨ ਸੀ, ਜਿਵੇਂ ਤੂੰ ਉਸ ਬਾਲ ਅਵਸਥਾ ਵਿੱਚ ਸਾਨੂੰ ਸਾਡੇ ਘਰੇ ਪਹੁੰਚਾਇਆ ਸੀ। ਅੱਜ ਉਹ ਅਹਿਸਾਨ ਉਤਾਰਨ ਦਾ ਸਮਾਂ, ਅਸੀਂ ਤੈਨੂੰ ਤੇਰੇ ਨਿਜ ਘਰ ਵਿੱਚ ਪਹੁੰਚਦਾ ਕਰਕੇ ਆਵਾਂਗੇ। ਜਿਹੜਾ ਖੁਦਾ ਦਾ ਘਰ ਹੈ, ਨਿਰੰਕਾਰ ਦਾ ਘਰ ਹੈ। ਭਾਈ ਸੰਤੋਖ ਸਿੰਘ ਜੀ ਨਾਨਕ ਪ੍ਰਕਾਸ਼ ਵਿੱਚ ਲਿਖਦੇ ਹੈ ਕਿ ਮਰਦਾਨਾ ਜੀ ਨੂੰ ਮਹਾਰਾਜ ਜੀ ਨੇ ਪੁੱਛਿਆ, ਮਰਦਾਨਿਆਂ ਕਿੰਨੇ ਸਵਾਸ ਰਹਿ ਗਏ ਨੇ? ਤੇ ਭਾਈ ਸਾਹਿਬ ਨੇ ਆਖਿਆ, ਜੀ 9 ਸਵਾਸ ਰਹਿ ਗਏ ਨੇ, ਹੁਣ 9 ਸਾਹ ਹੋਰ ਲੈਣੇ ਆ ਮੈਂ। ਲੇਟ ਗਏ। ਗੁਰਦੇਵ ਨੇ ਆਖਿਆ, ਭਾਈ ਬਾਲਾ ਜੀ ਗਿਣਤੀ ਕਰੋ ਕਿ ਵਾਕਈ ਮਰਦਾਨੇ ਦੇ 9 ਹੀ ਸਾਹ ਆਉਂਦੇ ਨੇ। ਹੁਣ ਗਿਣਤੀ ਕਰੋ। ਵੇਖੋ ਭਾਈ ਸਾਹਿਬ ਕੈਸੇ ਆਤਮਿਕ ਮੰਡਲ ਵਿੱਚ ਜਾਣਦੇ ਨੇ ਕਿ ਅੱਗੇ ਸਵਾਸ ਵੀ ਕਿੰਨੇ ਆਉਣੇ ਆ। ਵੇਖੋ ਕਿ ਵਾਕਈ 9 ਸਵਾਸ ਨੇ। ਭਾਈ ਸਾਹਿਬ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਦਿਆਂ ਕਰਦਿਆਂ ਵਾਕਈ 9 ਸਵਾਸ ਲਏ, 10ਵਾਂ ਨਹੀਂ ਆਇਆ। ਤੇ ਭਾਈ ਬਾਲੇ ਨੇ ਆਖਿਆ, ਭਾ ਪੂਰਾ ਇਮ ਬਾਲਾ ਬਖਾਨਾ। ਮਹਾਰਾਜ ਮਰਦਾਨਾ ਪੂਰਾ ਹੋ ਗਿਆ, ਯਾਨੀ ਕਿ ਪੂਰਨਤਾ ਨੂੰ ਪ੍ਰਾਪਤ ਹੋ ਗਏ ਨੇ। ਪੂਰਨ ਗੁਰੂ ਪਾਤਸ਼ਾਹ ਨਾਲ ਕੈਸੀ ਸੁਰਤ ਇਕਮਿਕ ਹੋਵੇਗੀ ਮਰਦਾਨਾ ਜੀ ਦੀ। ਅੱਜ ਦੇ ਦਿਨ ਪੂਰਨਤਾ ਨੂੰ ਪ੍ਰਾਪਤ ਹੋਏ ਔਰ ਮਹਾਰਾਜ ਜੀ ਨੇ ਆਪਣੇ ਹੱਥੀਂ ਸੰਸਕਾਰ ਕੀਤਾ। ਜਦੋਂ ਵੀ ਗੁਰਦੇਵ ਗੁਰਬਾਣੀ ਉਚਾਰਦੇ ਸਨ, ਇਹੀ ਕਹਿੰਦੇ ਸੀ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਮਰਦਾਨੇ ਨੂੰ ਇਹ ਨਹੀਂ ਸੀ ਪੁੱਛਣਾ ਪੈਂਦਾ ਵੀ ਕਿਹੜੇ ਰਾਗ ਵਿੱਚ ਆਈ ਹੈ, ਕਿਹੜਾ ਰਾਗ ਵਜਾਵਾਂ। ਕੈਸੀ ਸੁਰਤ ਇਕਮਿਕ ਹੁੰਦੀ ਸੀ ਸਾਹਿਬ ਨਾਲ ਕਿ ਜਿਸ ਰਾਗ ਵਿੱਚ ਬਾਣੀ ਆਈ ਹੁੰਦੀ ਸੀ, ਉਹੀ ਰਾਗ ਪਹਿਲਾਂ ਭਾਈ ਮਰਦਾਨਾ ਜੀ ਵਜਾਉਣ ਲੱਗ ਪੈਂਦੇ ਸੀ, ਉਸੇ ਰਾਗ। ਔਰ ਜਿੰਨਾ ਚਿਰ ਪਾਤਸ਼ਾਹ ਨੇ ਕੀਰਤਨ ਕਰਨਾ, ਭਾਈ ਮਰਦਾਨੇ ਦੇ ਰਬਾਬ ਇਕਮਿਕ ਉਸ ਕੀਰਤਨ ਨਾਲ ਜੁੜੀ ਰਹਿਣੀ। ਕੀਰਤਨਪੁਰ ਸਾਹਿਬ ਦੀ ਧਰਤੀ, ਜਿਸ ਨੂੰ ਅੱਜ ਕੀਰਤਪੁਰ ਕਹਿੰਦੇ ਆ, ਕਈ ਮਹੀਨੇ ਲਗਾਤਾਰ ਅਖੰਡ ਕੀਰਤਨ ਗੁਰੂ ਨਾਨਕ ਸਾਹਿਬ ਕਰਦੇ ਰਹੇ ਔਰ ਭਾਈ ਸਾਹਿਬ ਭਾਈ ਮਰਦਾਨਾ ਜੀ ਨਾਲ ਉਹਨਾਂ ਚਿਰ ਰਬਾਬ ਵਜਾਉਂਦੇ ਰਹੇ, ਬਿਨਾਂ ਕੁਝ ਖਾਧਿਆਂ ਪੀਤਿਆਂ। ਐਸੀ ਮਹਾਨ ਆਤਮਾ, ਗੁਰੂ ਘਰ ਦੇ ਐਸੇ ਮਹਾਨ ਰਬਾਬੀ ਕੀਰਤਨੀਏ ਭਾਈ ਸਾਹਿਬ ਭਾਈ ਮਰਦਾਨਾ ਜੀ। ਅੱਜ ਉਹਨਾਂ ਦਾ ਅਕਾਲ ਚਲਾਣਾ ਦਿਵਸ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਉਹਨਾਂ ਦੀ ਪੁੰਨਿਆ ਤਿਥੀ ਹੈ, ਪੂਰਨਤਾ। ਜਿਸ ਦਿਨ ਉਹ ਪੂਰਨਤਾ ਨੂੰ ਪ੍ਰਾਪਤ ਹੋ ਗਏ, ਐਸੇ ਮਹਾਪੁਰਸ਼ ਭਾਈ ਮਰਦਾਨਾ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ।